Good afternoon, class. Good afternoon, everyone. Welcome back with another session. I hope you all are doing great. So, ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੁਣ ਕੱਲ ਤੁਹਾਡਾ ਐਗਜ਼ਾਮ ਹੈ ਯਾਨੀ ਕਿ 8 ਫੈਬ ਨੂੰ ਸੀਟੈਟ ਦਾ ਐਗਜ਼ਾਮ ਹੈ। ਸੋ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਆਲ ਦਾ ਬੈਸਟ। ਬਹੁਤ ਵਧੀਆ ਪੇਪਰ ਦੇ ਕੇ ਆਣਾ ਬੇਟਾ ਜੀ। ਜਿੰਨੀ ਵੀ ਤਿਆਰੀ ਕੀਤੀ ਹੈ ਉਹਦੇ ਪ੍ਰਤੀ ਤੁਸੀਂ ਕੌਨਫੀਡੈਂਟ ਰਹਿਣਾ ਕਿ ਕੋਈ ਵੀ ਚੀਜ਼ ਜੋ ਪੜਿਆ ਹੋਇਆ ਕਨਸੈਪਟ ਬੇਸਿਕਲੀ ਉਹਨੂੰ ਚੇਂਜ ਨਹੀਂ ਕਰਨਾ ਉੱਥੇ ਜਾ ਕੇ। ਬਸ ਵਧੀਆ ਉਹਦੇ ਪੇਪਰ ਦੇ ਕੇ ਆਣਾ ਜੋ ਵੀ ਕਰਵਾਇਆ ਉਹਦੇ ਵਿੱਚੋਂ ਹੀ ਪੇਪਰ ਆਏਗਾ, ਡੋਂਟ ਵਰੀ, ਇੰਨੀ ਗਾਰੰਟੀ ਹੈ। ਅੱਜ ਜਿਹੜਾ ਸਵੇਰੇ ਪੇਪਰ ਹੋਇਆ ਸੀ ਉਹਦੇ ਵਿੱਚੋਂ ਰੀਡਿੰਗ ਦੇ ਵਿੱਚੋਂ ਮੈਂ ਤੁਹਾਨੂੰ ਕਿਹਾ ਸੀ ਨਾ ਮੈਕਸਿਮਮ ਕੁਐਸਚਨਸ ਬਣਦੇ ਨੇ, ਰੀਡਿੰਗ ਚੋਂ ਵੀ ਬਣੇ ਆ, ਸਕਿਮਿੰਗ ਸਕੈਨਿੰਗ ਤੋਂ ਵੀ ਬਣੇ ਆ। ਦੈਨ ਜੇਕਰ ਆਪਾਂ ਗੱਲ ਕਰੀਏ ਡਾਇਗਨੋਸ ਹਾਂ ਰੈਮੀਡੀਅਲ ਟੀਚਿੰਗ ਵਾਲੇ ਵਿੱਚੋਂ ਵੀ ਕੁਐਸਚਨਸ ਬਣੇ ਨੇ। ਮਤਲਬ ਓਵਰਆਲ ਪੇਪਰ ਬਹੁਤ ਵਧੀਆ ਸੀ, ਈਜ਼ੀ ਸੀ, ਜਿੰਨੇ ਐਕਚੁਅਲ ਦੇ ਵਿੱਚ ਜਿਹੜਾ ਬੱਚਾ ਪੜ੍ਹਿਆ ਉਹਦੇ ਲਈ। ਠੀਕ ਹੈ ਬੇਟਾ, ਸੋ ਇੱਕ ਵਾਰੀ ਤੁਸੀਂ ਜ਼ਰੂਰ ਉਸ ਪੇਪਰ ਨੂੰ ਦੇਖ ਲੈਣਾ ਜੇਕਰ ਤੁਹਾਡੇ ਕੋਲ ਹੋਏ, ਨਹੀਂ ਤਾਂ ਥੋੜ੍ਹਾ ਜਿਹਾ ਇੱਕ ਵਾਰੀ ਮੈਂ ਹਿੰਟ ਮੈਂ ਸਵੇਰੇ ਡਾਊਨਲੋਡ ਕਰਿਆ ਤਾਂ ਸੀ। ਚਲੋ ਕੋਈ ਗੱਲ ਨਹੀਂ, ਆਪਾਂ ਡਿਸਕਸ ਕਰ ਲਾਂਗੇ। ਬਾਕੀ ਇੱਕ ਗੱਲ ਹੋਰ ਯਾਦ ਰੱਖਿਆ ਜੇ ਬੇਟਾ, ਤੁਹਾਡੇ ਲਈ ਇੱਕ ਸ਼ਾਰਟ ਵੀਡੀਓ ਬਣਾ ਦਿੱਤੀ ਸੀ ਲੈਕਚਰ 1 ਲੈਂਗੁਏਜ 1 ਤੇ ਲੈਂਗੁਏਜ 2 ਕਿਹੜੀ ਫੀਲ ਕਰਨੀ ਹੈ। ਮੈਂ ਫਿਰ ਤੋਂ ਇੱਕ ਵਾਰੀ ਰਿਮਾਈਂਡ ਕਰਵਾ ਦਿੰਦੀ ਹਾਂ, ਜਿਹੜੀ ਲੈਂਗੁਏਜ 1 ਤੁਸੀਂ ਭਰੀ ਹੋਏਗੀ, ਚਾਹੇ ਉਹ ਇੰਗਲਿਸ਼ ਹੈ, ਚਾਹੇ ਉਹ ਪੰਜਾਬੀ ਹੈ, ਚਾਹੇ ਉਹ ਹਿੰਦੀ ਹੈ, ਉਹਦੀ ਜਿਹੜੀ ਸੀਕੁਐਂਸ ਜਾਂ ਨੰਬਰਿੰਗ ਰਹੇਗੀ 91 to 120 ਰਹੇਗੀ। ਆਫਟਰ ਜਿਹੜੀ ਲੈਂਗੁਏਜ 2 ਹੋਏਗੀ, ਜੋ ਇਹ ਤੁਸੀਂ ਪਹਿਲਾ ਆਪਸ਼ਨ ਸਿਲੈਕਟ ਕਰੀ ਸੀ, ਫੋਰ ਐਗਜ਼ਾਮਪਲ ਲੈਂਗੁਏਜ 1 ਤੁਹਾਡੀ ਪੰਜਾਬੀ ਹੈ ਤਾਂ 91 to 120 ਕੁਐਸਚਨ ਤੁਸੀਂ ਉਹਦੇ ਕਰਨੇ ਆ। ਲੈਂਗੁਏਜ 2 ਦੇ ਜਿਹੜੇ ਕੁਐਸਚਨ ਹੋਣਗੇ ਉਹ ਤੁਸੀਂ ਨੰਬਰਿੰਗ ਦੇ ਅਕੋਰਡਿੰਗ ਕਰਨੇ ਆ। ਲੱਗੀ ਸਮਝ ਬੇਟਾ? ਸੋ ਇਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜੇ। 121 ਤੋਂ 150 ਹੋਏਗੀ ਨੰਬਰਿੰਗ, ਠੀਕ ਹੈ। ਬਹੁਤ ਬੇਸਿਕ ਜਿਹੀਆਂ ਚੀਜ਼ਾਂ ਨੇ, ਬਟ ਆ ਬੇਸਿਕ ਚੀਜ਼ਾਂ ਦੇ ਕਰਕੇ ਨਾ ਕਾਫੀ ਸਾਰੇ ਬੱਚਿਆਂ ਦਾ ਪੇਪਰ ਰਹਿ ਜਾਂਦਾ ਹੈ। ਇਹਨਾਂ ਚੀਜ਼ਾਂ ਦਾ ਜ਼ਰੂਰ ਤੁਸੀਂ ਧਿਆਨ ਦੇਣਾ, ਇਹਦੇ ਵਿੱਚ ਕੋਈ ਵੀ ਗਲਤੀ ਨਹੀਂ ਕਰਕੇ ਆਉਣੀ। ਠੀਕ ਹੈ ਬੇਟਾ, ਤੇ OMR ਸ਼ੀਟ ਨੂੰ ਬੜੇ ਆਰਾਮ ਨਾਲ ਫਿਲ ਕਰਨਾ। ਇੱਕ ਇੱਕ ਪੋਰਸ਼ਨ ਜਦੋਂ ਵੀ ਤੁਹਾਡਾ ਹੁੰਦਾ ਜਾਏ, ਲਾਈਕ CDP ਤੁਸੀਂ ਕੰਪਲੀਟ ਕਰ ਲਈ, ਨਾਲ ਨਾਲ ਸਰਕਲ ਲਗਾਉਂਦੇ ਜਾਓ, ਕਿਉਂਕਿ ਕਾਫੀ ਸਾਰੇ ਬੱਚੇ ਐਵੇਂ ਦੇ ਹੁੰਦੇ ਨੇ ਜਿਹੜੇ ਸਾਰਾ ਪੇਪਰ ਪਹਿਲਾਂ ਸੋਚਦੇ ਨੇ ਅਸੀਂ ਕਰਾਂਗੇ, ਆਫਟਰ ਦੈਟ ਲਗਾਵਾਂਗੇ, ਤੇ ਲਾਸਟ ਦੇ 5 ਮਿੰਟ 'ਚ ਸਾਰਾ ਕੀਤਾ ਕਤਾਇਆ 3 ਘੰਟੇ ਵਾਲਾ ਸਭ ਵੇਸਟ ਹੋ ਜਾਂਦਾ ਹੈ। ਐਵੇਂ ਦੀ ਕੋਈ ਵੀ ਸਟ੍ਰੈਟੇਜੀ ਤੁਸੀਂ ਨਹੀਂ ਫੋਲੋ ਕਰਨੀ। ਇੱਕ ਪੋਰਸ਼ਨ ਜਾਂ ਇੱਕ ਟੌਪਿਕ ਜਾਂ ਇੱਕ ਸਬਜੈਕਟ ਕੰਪਲੀਟ ਕਰਦੇ ਜਾਓ, ਨਾਲ ਨਾਲ ਤੁਸੀਂ OMR ਸ਼ੀਟ ਤੇ ਸਰਕਲ ਲਗਾਉਂਦੇ ਜਾਓ, ਦੈਨ ਸੈਕਿੰਡ ਤੇ ਮੂਵ ਹੋਵੋ। ਠੀਕ ਹੈ, ਟਾਈਮ ਮੈਨੇਜਮੈਂਟ ਜ਼ਰੂਰੀ ਹੈ, ਟਾਈਮ ਮੈਨੇਜਮੈਂਟ ਦਾ ਧਿਆਨ ਰੱਖਣਾ। ਬਾਕੀ ਕਾਮ ਮਾਈਂਡ ਦੇ ਨਾਲ ਤੁਸੀਂ ਆਰਾਮ ਨਾਲ ਕਰਕੇ ਆਣਾ ਪੇਪਰ। ਠੀਕ ਹੈ, ਸੋ ਆਲ ਦਾ ਬੈਸਟ। ਬਾਕੀ ਹੁਣ ਆਪਾਂ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਡੇ 113 ਇੰਗਲਿਸ਼ ਪੈਡਾਗੋਜੀ ਦਾ, ਤਾਂ ਕਿ ਤੁਹਾਡੇ PSTET ਪੇਪਰ ਵੀ ਆਪਣਾ ਬਹੁਤ ਹੀ ਵਧੀਆ ਕਲੀਅਰ ਹੋਏ। ਠੀਕ ਹੈ ਬੇਟਾ, ਸੋ ਜਿਨ੍ਹਾਂ ਬੱਚਿਆਂ ਨੇ ਬੈਚ ਨੂੰ ਸਟਿਲ ਪਰਚੇਸ ਨਹੀਂ ਕਰਿਆ, ਅਕੋਰਡਿੰਗ ਟੂ ਯਰ ਪ੍ਰੈਫਰੈਂਸ 45 ਡੇਜ਼ ਹੁਣ ਤਾਂ ਤੁਹਾਨੂੰ ਪਤਾ ਹੀ ਆਲਰੇਡੀ ਲਿਮਿਟਿਡ ਟਾਈਮ ਰਹਿ ਚੁੱਕਿਆ, ਜਲਦੀ ਬੈਚ ਨੂੰ ਜੁਆਇਨ ਕਰਕੇ ਜਿੰਨਾ ਵੀ ਸਿਲੇਬਸ ਹੈ ਕਵਰ ਅਪ ਕਰ ਲਓ। ਠੀਕ ਹੈ ਬੇਟਾ, ਬਾਕੀ YouTube ਤੇ ਜੇਕਰ ਤੁਸੀਂ ਕਲਾਸਿਸ ਲਗਾਉਣਾ ਚਾਹੁੰਦੇ ਹੋ ਬਿਲਕੁਲ ਫ੍ਰੀ ਆਫ ਕੋਸਟ, ਚਾਹੇ ਉਹ ਸੀਟੈਟ ਹੈ, ਹੁਣ ਤਾਂ ਸੀਟੈਟ ਅੱਜ ਲਾਸਟ ਡੇ ਹੀ ਹੈ, ਬਾਕੀ PSTET ਦੇ ਰਿਗਾਰਡਿੰਗ ਤਾਂ ਤੁਸੀਂ ਇਹਨਾਂ ਸੈਸ਼ਨਸ ਨੂੰ ਦੇਖ ਲੈਣਾ। ਬਾਕੀ ਜਿਹੜਾ ਮੈਂ ਸੁਪਰ ਸਪੈਸ਼ਲ ਸੈਸ਼ਨ ਇੱਕ ਲਗਾਇਆ ਸੀ, ਉਹਨੂੰ ਜ਼ਰੂਰ ਇੱਕ ਵਾਰੀ ਦੇਖ ਕੇ ਜਾਣਾ, ਤਾਂ ਕਿ ਇੱਕ ਛੋਟੀ ਜਿਹੀ ਕੁਇਕ ਰਿਵੀਜ਼ਨ ਦੀ ਤਰ੍ਹਾਂ ਤੁਹਾਡੇ ਲਈ ਉਹ ਬੜਾ ਹੀ ਹੈਲਪਫੁਲ ਰਹਿਣ ਵਾਲਾ, ਸਪੈਸ਼ਲੀ ਫॉर ਇੰਗਲਿਸ਼ ਪੈਡਾਗੋਜੀ। ਠੀਕ ਹੈ ਬੇਟਾ, ਚਲੋ ਕਰਦੇ ਹਾਂ ਸਟਾਰਟ ਵਿਦ ਦ ਕੁਐਸਚਨ ਨੰਬਰ 1। ਇਫ ਦ ਲਰਨਰਸ ਹੈਵ ਲੈਸ ਐਕਸਪੋਜ਼ਰ ਟੂ ਦ ਟਾਰਗੇਟ ਲੈਂਗੁਏਜ, ਮਤਲਬ ਘੱਟ ਇੰਟਰਸਟ ਹੈ ਬੱਚੇ ਦਾ ਜਾਂ ਫਿਰ ਉਨੀ ਕਮਾਂਡ ਨਹੀਂ ਹੈ ਕਿਹੜੀ ਭਾਸ਼ਾ ਤੇ ਟਾਰਗੇਟ, ਜੇਕਰ ਆਪਾਂ ਇਹਦੇ 'ਚ ਐਗਜ਼ਾਮਪਲ ਲੈ ਕੇ ਚੱਲੀਏ ਐਜ਼ ਅ ਇੰਗਲਿਸ਼ ਲੈਂਗੁਏਜ, ਦੈਨ ਦ ਟੀਚਿੰਗ ਆਫ ਗ੍ਰਾਮਰ ਸ਼ੁੱਡ ਬੀ, ਕਿਹੜੇ ਮੈਥਡ ਨਾਲ ਪੜ੍ਹਾਓਗੇ? ਡਿਡਕਟਿਵ, ਟੀਚਰ ਸੈਂਟਰਡ, ਯੂਜ਼ ਦ ਲੇਬਲਸ ਟੂ ਇਨਕਰੇਜ ਦ ਮੈਮੋਰਾਈਜੇਸ਼ਨ, ਜਾਂ ਫਿਰ ਇੰਟਰੈਕਟਿਵ ਐਂਡ ਦਾ ਲਰਨਰ ਸੈਂਟਰ। ਹੁਣ ਦੇਖੋ ਮੈਮੋਰਾਈਜੇਸ਼ਨ ਆਪਾਂ ਕਰਵਾਉਣਾ ਨਹੀਂ, ਟੀਚਰ ਸੈਂਟਰਡ ਅਪਰੋਚ ਆਪਣੇ ਲਈ ਨੈਗੇਟਿਵ ਹੈ ਕਿਉਂਕਿ ਆਪਾਂ ਚਾਈਲਡ ਸੈਂਟਰ ਨੂੰ ਫੋਲੋ ਕਰਦੇ ਹਾਂ। ਡਿਡਕਟਿਵ ਮੈਥਡ ਨਹੀਂ ਗ੍ਰਾਮਰ ਦੇ ਨਾਲ ਕਰਵਾਉਣੀ। ਬੈਸਟ ਮੈਥਡ ਕਿਹੜਾ ਹੁੰਦਾ ਹੈ? ਇੰਡਕਟਿਵ। ਇੰਡਕਟਿਵ ਦੇ ਵਿੱਚ ਆਪਾਂ ਬੇਟਾ ਜੀ ਕਿੰਦੀ ਗੱਲ ਕਰਦੇ ਹਾਂ? ਫਰੋਮ ਐਗਜ਼ਾਮਪਲ ਟੂ ਰੂਲ, ਫਰੋਮ ਐਗਜ਼ਾਮਪਲ ਟੂ ਰੂਲ। ਨੈਕਸਟ ਗੱਲ ਕਰੀਏ ਇੰਟਰੈਕਟਿਵ, ਮਤਲਬ ਬੱਚੇ ਦੇ ਨਾਲ ਤੁਸੀਂ ਕਨਵਰਸੇਸ਼ਨ ਕਰੋ, ਕਮਿਊਨੀਕੇਸ਼ਨ ਕਰੋ, ਇੰਟਰੈਕਟ ਕਰੋ, ਦੈਨ ਲਰਨਰ ਸੈਂਟਰ ਦਾ ਡੈਫੀਨੇਟਲੀ ਹੀਅਰ ਡੀ ਵਿਲ ਬੀ ਰਾਈਟ ਆਂਸਰ। ਐਗਰੀ ਨਾ? क्यों आप डी आंसर लगाया? क्लियर हो गया बेटा जी? चलो क्वेश्चन नंबर 2, ग्रुप ऑफ वर्ड्स कैटेगराइज्ड ऑन द बेसिस ऑफ साउंड इज कॉल्ड। ਹੁਣ ਦੇਖੋ ਗਰੁੱਪ ਆਫ ਵਰਡਸ ਦੀ ਗੱਲ ਹੋਈ ਹੈ, ਇਟ ਮੀਨਸ ਅਲੱਗ-ਅਲੱਗ ਉਹਨਾਂ ਨੂੰ ਡਿਫਾਈਨ ਕੀਤਾ ਹੋਏਗਾ। ਸਾਊਂਡ ਦੇ ਲਈ ਮੈਨੂੰ ਜਸਟ ਇੱਕੋ ਹੀ ਗੱਲ ਪਤਾ ਹੈ, ਦੈਟ ਇਜ਼ ਅ ਫੋਨੈਟਿਕ। ਮੈਂ ਕਿਸੇ ਹੋਰ ਆਪਸ਼ਨ ਵੱਲ ਦੇਖਣਾ ਹੀ ਨਹੀਂ, ਨਾ ਲੈਕਸੀਕਲ ਗਰੁੱਪਿੰਗ ਦੇਖਣੀ, ਨਾ ਗ੍ਰਾਮੈਟਿਕਲ ਦੇਖਣੀ, ਨਾ ਸਿਮੈਂਟਿਕ ਦੇਖਣੀ। ਸੋ ਹੇਅਰ ਏ ਵਿਲ ਬੀ ਰਾਈਟ ਆਂਸਰ। ਸਾਊਂਡ ਬੇਸਡ ਜਿਹੜੀ ਵੀ ਗਰੁੱਪਿੰਗ ਹੋਏਗੀ, ਲਾਈਕ ਆਪਾਂ ਵਾਊਲ ਸਾਊਂਡ ਦੀ ਗੱਲ ਕਰ ਸਕਦੇ, ਜਿਵੇਂ ਆਪਾਂ ਬੱਚੇ ਨੂੰ ਸੈਂਟੈਂਸ ਬਣਾਉਣਾ ਨਾ, ਸਿਟ, ਮਿਟ, ਹਿਟ, ਕਿਟ, ਸੋ ਇਹ ਸਾਰੇ ਕੀ ਨੇ? ਆਪਣੇ ਵਾਊਲ ਬੇਸ ਨੇ।
ठीक है बेटा जी, क्लीयर इन्नी गल सारिਆਂ ਨੂੰ। सो सैकेंड का ਜਿਹੜਾ राइट आंसर रहेगा ए ऑप्शन। नाउ मूव टूवर्ड क्वेश्चन नंबर थर्ड, विच ऑफ द फॉलोइंग इज लीस्ट इंपॉर्टेंट। बस पेपर में इन्होंने चीज़ों ध्यान रखना, जो भी मैं क्वेश्चन रीड करनी है, लीस्ट, नॉट, इनएप्रोप्रिएट, इन्होंने चीज़ों मेन फोकस करना है। विच ऑफ द फॉलोइंग इज लीस्ट इंपॉर्टेंट इन इनहैंसिंग द लर्नर स्पीकिंग स्किल। ਕਿਹੜੀ ਘੱਟ ਚੀਜ਼ ਇੰਪੋਰਟੈਂਟ ਹੈ ਬੱਚੇ ਦੀ ਸਪੀਕਿੰਗ ਸਕਿੱਲ ਨੂੰ ਇੰਪਰੂਵ ਕਰਨ ਦੇ ਲਈ। ਆਸਕਿੰਗ them ਟੂ ਲੀਡ ਅਲਾउड, ਬਿਲਕੁਲ ਠੀਕ ਹੈ, ਬੱਚਾ ਉੱਚੀ ਉੱਚੀ ਬੋਲੇਗਾ ਤਾਂ ਆਪਣੀ ਉਹਨਾਂ ਦੀ ਪ੍ਰੋਨਾਂਸੀਏਸ਼ਨ ਦਾ ਪਤਾ ਚੱਲੇਗਾ, ਉਹ ਕਿੱਥੇ ਸਟ੍ਰੈਸ ਦੇ ਰਿਹਾ ਹੈ, ਕਿੱਥੇ ਉਹਦੀ ਇੰਟੋਨੇਸ਼ਨ ਹਾਈ ਤੇ ਲੋ ਹੋ ਰਹੀ ਹੈ। ਆਸਕਿੰਗ ਕਲੋਜ਼ ਐਂਡਡ ਕੁਐਸਚਨ, ਵੈਸੇ ਤਾਂ ਬੈਸਟ ਜਿਹੜੇ ਹੁੰਦੇ ਨੇ ਬੇਟਾ ਜੀ ਓਪਨ ਐਂਡਡ ਕੁਐਸਚਨ ਹੁੰਦੇ ਨੇ। ਓਪਨ ਐਂਡਡ ਕੁਐਸਚਨ ਦਾ ਮਤਲਬ ਕੀ ਹੁੰਦਾ ਹੈ, ਜੇਕਰ ਮੈਂ ਤੁਹਾਡੇ ਕੋਲ ਪੁੱਛਿਆ ਤੁਹਾਡਾ ਸੀਟੈਟ ਦਾ ਐਗਜ਼ਾਮ ਕਿਵੇਂ ਗਿਆ, ਤੁਸੀਂ ਮਲਟੀਪਲ ਲਾਈਨਸ ਦੇ ਵਿੱਚ ਮੈਨੂੰ ਡਿਸਕ੍ਰਾਈਬ ਕਰੋਗੇ। ਜੇਕਰ ਮੈਂ ਪੁੱਛਿਆ ਤੁਹਾਡਾ ਸੀਟੈਟ ਦਾ ਐਗਜ਼ਾਮ ਵਧੀਆ ਗਿਆ, ਹਾਂਜੀ, ਉਹ ਆਪਣੇ ਕੀ ਹੁੰਦੇ ਨੇ, ਕਲੋਜ਼ ਐਂਡਡ। ठीक है। अलाउइंग them टू एक्सप्रैस देयर फीलिंग्स, डेफिनेटली तुसी अपनी फीलिंग्स में एक्सप्रैस करोगे तो एक लेंथी वे दे नाल करोगे, डीपली या फिर डिफाइन वे दे नाल करोगे। इनकरेजिंग them टू पार्टिसिपेट इन डिफरेंट स्पीकिंग एक्टिविटीज़, डेफिनेटली तुसी रोल प्ले करो, डिस्कशन करो, डिबेट करो, एंड देन बच्चा मैक्सीमम बोलेगा, बच्चे नूं अपॉर्चुनिटीज़ देनियां ने। इत्थे जिहड़ा बेटा जी नॉट या लीस्ट इंपोर्टेंट बनेगा, हेयर बी विल बी राइट आंसर। क्लीयर है। बस मैं एक गल कह रही हाँ, एक्टिव होके रहना है पेपर विच, पैसिव नहीं बन के बेटा बैठना। जे क्वेश्चन एक सोल्व नहीं होंदा उहदे ते दिमाग नहीं खराब करना, नैक्सट मूव करो। कई बारी की होंदा स्टार्टिंग दे एग्जाम प्रैशर करके भी कई बारी क्वेश्चन ईजी तो भी ईजी सोल्व नहीं होंदा, आफ्टर सम टाइम वही क्वेश्चन तुहाडे कोल खुद डील होएगा। ठीक है बेटा। चलो क्वेश्चन नंबर 4, विच स्टेटमेंट इज नॉट ट्रू। किहड़ी चीज़ या किहड़ी स्टेटमेंट सही नहीं है। रीडिंग जनरली रैफर्स टू डिकोडिंग द टैक्सट। रीडिंग का मतलब की होंदा तुसी टैक्सट नूं जो लिखा होया उन्होंने डिकोड करो। वाइल रीडिंग द रीडर एक्टिविटी कंस्ट्रक्ट मीनिंग, डेफिनेटली मीनिंग नू कंस्ट्रक्ट करेगा। अ गुड राइटर शुड नो हिज ऑडियंस वैल। ਆਪਾਂ ਅੱਜ ਹੀ ਕਲਾਸ ਦੇ ਵਿੱਚ ਪੜ੍ਹਿਆ ਸੀ ਕਿ ਰਾਈਟਿੰਗ ਟਾਸਕ ਦੇ ਵਿੱਚ ਕਿ ਜਿਹੜਾ ਵੀ ਰਾਈਟਿੰਗ ਟਾਸਕ ਲਿਖਿਆ ਜਾਂਦਾ ਆਡੀਅנס ਦੀ ਪ੍ਰੈਫਰੈਂਸ ਦੇ ਨਾਲ ਵੀ ਲਿਖਿਆ ਜਾਂਦਾ ਕਿ ਜੇਕਰ ਮੈਂ ਐਵੇਂ ਦੇ ਥੋਟਸ ਲਿਖਾ, ਸਾਹਮਣੇ ਵਾਲੇ ਪਰਸਨ ਕੋਈ ਹਾਰਮ ਤਾਂ ਨਹੀਂ ਹੋ ਰਿਹਾ, ਮੇਰੀ ਟੋਨ ਨਾਰਮਲ ਹੈ, मतलब काइंड ऑफ सेंटेंस की गल कर रहे हैं। टू बी एबल टू रीड एंड राइट वैल इन अ लैंग्वेज वन मस्ट हैव अ सबस्टैंशियल अमाउंट ऑफ वोकैबलरी, मतलब वो कह रहे हैं वोकैबलरी भी होनी चाहिए है। ठीक है बेटा। सो एंड द राइट जेड़ा आंसर अकॉर्डिंग टू नॉट बनता पे ये ही ज़्यादा लीस्ट बनता पे। ठीक है। जनरली वो कह रहे हैं जस्ट डिकोडिंग द टैक्सट, तुसी उनका मीनिंग फाइंड आउट करो। होर भी बड़ियां चीज़ां होंदियां ने, आपां उनके एक्सप्रैशन देखते हैं, उनके कहने का नज़रिया देखते हैं। रीडिंग दे विच आपां ये भी देखने कि कोई मॉरल लैसन तो नहीं दिता होया, जो सिंपल गल नहीं करते। लीस्ट पूछे असीं बाकी ज़्यादा पॉजिटिव टर्म से, इस करके आपां ए लगावांगे। क्लीयर है। क्योंकि सैकेंड में उन्होंने ज़्यादा कह दिता कंस्ट्रक्ट मीनिंग। कंस्ट्रक्ट मतलब की होंदा है तुसीं उहदे च मीनिंग नूं डेफिनेटली सोचोगे, समझोगे। कई बार होंदे ने कुछ चीज़ां सीधियां नहीं दित्तियां होंदियां, इनडायरैक्ट वे नाल दित्तियां होंदियां ने, उन्हां नूं भी तुसीं समझ लोगे। ठीक है। चलो क्वेश्चन नंबर 5, विच एक्टिविटी मे नॉट हेल्प मच इन यूजिंग लैंग्वेज इन अ रियल लाइफ सिचुएशन। रियल लाइफ सिचुएशन ओके, कॉपिंग फ्रॉम द ब्लैकबोर्ड ये तो कदे नहीं हो सकता। रीडिंग ऑथेंटिक मटीरियल, जो भी रियल लाइफ की गल आएगी बेटा जी, रियल लाइफ ऑथेंटिक आपस दे विच भैन भरा ने, मतलब गल सेम ही है। दो मतलब एक परसन दो नाम होंदे ने, वही गल है। लिसनिंग टू न्यूज़ सुन रहे हो तो रियल ही है, बिल्कुल ठीक है, ये सही होना चाहिए। राइटिंग रिफ्लैक्टिवली जर्नल, ये भी सही है। विच एक्टिविटी मे नॉट हेल्प मच इन यूजिंग लैंग्वेज इन अ रियल लाइफ सिचुएशन। ब्लैकबोर्ड तो कॉपी करना ये नहीं सही होएगा। सॉरी बेटा, गला खराब है थोड़ा जा, सॉरी। चलो क्वेश्चन नंबर 6, हाउ कैन एन enthusiastic teacher help the learners to develop the language skills in a traditional classroom। ठीक है। ट्रेडिशनल होंगी है पुरानी क्लासरूम या फिलोसफी के अकॉर्डिंग या कुछ स्ट्रैटेजीज, टीचिंग स्ट्रैटेजीज के अकॉर्डिंग, बाय फॉलोइंग अ प्री डिटरमाइंड सिलेबस। बच्चों को पहला तो ही निर्धारित कर दो कि हाँ तुहाडा सिलेबस इन्ने टाइम कवर अप होएगा। बाय यूजिंग प्रिस्क्राइब टैक्सट बुक जो तुहानू गिवन होणगियां, जिवें आपां 9th-10th विच पढ़दे सी। बाय गिविंग एडिशनल इन्फॉर्मेशन थ्रू द सैल्फ प्रिपेयर्ड मटीरियल, जिस तो बच्चा खुद प्रिपेयर कर सकता है, या फिर बाय गिविंग दैम अ वीकली टेस्ट। बताओ बेटा जी। हाँ जी। How can an enthusiastic teacher help the learners to develop language skills in a traditional classroom? देखो, by following a predetermined syllabus, टेक्स्ट बुक प्रिस्क्राइब कर देना, बाय गिविंग दैम वीकली टेस्ट, नहीं। ये तो जो राइट आंसर बनेगा बेटा जी, सी ऑप्शन बनेगा, बाय गिविंग एडिशनल इन्फॉर्मेशन। एडिशनल का मतलब होंगे कुछ बच्चा नवा न्यू कंसैप्ट सीखेगा, नवीं चीज़ां सीखेगा। ठीक है। थ्रू द सैल्फ प्रिपेयर्ड मटीरियल। सैल्फ एक देखो, सैकेंड एक तो पॉजिटिव टर्म आ गई एडिशनल इन्फॉर्मेशन, सैकेंड पॉजिटिव टर्म आ गई सैल्फ प्रिपेयर्ड, मतलब बच्चा खुद हैंड ऑन एक्टिविटीज़ करेगा, लर्निंग बाय डूइंग करेगा। सो ये सारे पॉजिटिव है।
ठीक है। चलो क्वेश्चन नंबर 7th, राइटिंग इज अ थिंकिंग प्रोसेस ऑफ कंसीडरेबल कॉम्प्लेक्सिटी। कॉम्प्लेक्सिटी ਹੁੰਦਾ ਹੈ जटिल, जटिलता, ठीक है। सो हाउएवर सिचुएशन ਜਿਹੜੇ ਹੁੰਦੇ ਨੇ ਉਹ ਕੰਟਰਾਡਿਕਟ ਸਟੇਟਮੈਂਟ ਨੂੰ ਰਿਪਰੈਜ਼ੈਂਟ ਕਰਦੇ ਆ। ਹਾਊਐਵਰ ਟੂ ਬੀ ਅ ਗੁੱਡ ਰਾਈਟਰ ਡਸ ਨਾਟ ਰਿਕੁਆਇਰ ਟੂ, ਡਸ ਨਾਟ ਵਾਲੀ ਆਪਸ਼ਨ ਹੈ, ਸੋ ਥੋੜਾ ਧਿਆਨ ਨਾਲ ਕਰਨਾ ਬੇਟਾ। ਰਾਈਟਿੰਗ ਇਜ਼ ਅ ਥਿੰਕਿੰਗ ਪ੍ਰੋਸੈਸ ਆਫ ਕੰਸੀਡਰੇਬਲ ਕੰਪਲੈਕਸਿਟੀ। However, to be a good writer does not require to spend considerable time to plan, think of the audience for the product, revisit the writing, and if required, rewrite and finalize the draft. And the last option is ignore the process and focus on the product. I know process ਜਿਹੜਾ ਹੈ ਬੇਟਾ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਹਾਂਜੀ ਹਾਂਜੀ, ਪ੍ਰੋਸੈਸ ਜਿਹੜਾ ਹੈ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਲਾਈਕ ਜੇਕਰ ਤੁਸੀਂ ਸੀਟੈਟ ਦੀ ਤਿਆਰੀ ਕਰ ਰਹੇ ਹੋ, ਪੀਐਸਟੈਟ ਦੀ ਤਿਆਰੀ ਕਰ ਰਹੇ ਹੋ, ਉਸ ਸਮੇਂ ਦੇ ਦੌਰਾਨ ਤੁਸੀਂ ਕੀ ਚੀਜ਼ਾਂ ਸਿੱਖਿਓ, ਕਿਹੜੇ ਕਨਸੈਪਟ ਸਿੱਖਿਓ, ਕਿਹੜੀ ਤੁਹਾਡੀ ਨੌਲੇਜ ਬਣੀ, ਉਹ ਸਾਰਾ ਪ੍ਰੋਸੈਸ ਹੈ। ਜਿਵੇਂ ਆਪਾਂ ਰਾਈਟਿੰਗ ਟਾਸਕ ਦੇ ਵਿੱਚ ਵੀ ਕਰਿਆ ਸੀ, ਬੱਚਾ ਬ੍ਰੇਨਸਟੋਰਮ ਕਰਦਾ ਹੈ, ਡਰਾਫਟਿੰਗ ਕਰਦਾ ਹੈ, ਰਿਵਾਈਜ਼ਿੰਗ ਕਰਦਾ ਹੈ, ਪ੍ਰੂਫ ਰੀਡਿੰਗ ਕਰਦਾ, ਦੈਨ ਫਾਈਨਲਾਈਜ਼ ਕਰਦਾ, ਉਹ ਵੀ ਸਾਰਾ ਕੀ ਹੈ ਪ੍ਰੋਸੈਸ ਇੰਪੋਰਟੈਂਟ ਹੁੰਦਾ ਹੈ। ਆਫਟਰ ਦੈਟ ਪ੍ਰੋਡਕਟ ਆਏਗਾ। ਜੇ ਪ੍ਰੋਸੈਸ ਹੀ ਨਹੀਂ ਸਹੀ ਤਾਂ ਪ੍ਰੋਡਕਟ ਐਜ਼ ਅ ਰਿਜ਼ਲਟ ਕਿਵੇਂ ਕੀ ਨਿਕਲ ਕੇ ਆਏਗਾ, ਠੀਕ ਹੈ। ਸੋ ਜੇਕਰ ਅਕੋਰਡਿੰਗ ਟੂ ਕੁਐਸਚਨ ਦੇਖੀਏ, ਸੋ ਡਸ ਨਾਟ ਪੁੱਛਿਆ ਸੀ, ਨਾਲੇ ਇਗਨੋਰ ਤਾਂ ਕੁਝ ਵੀ ਨਹੀਂ ਕਰਨਾ। ਇਗਨੋਰ ਕਾਈਂਡ ਆਫ ਨੈਗੇਟਿਵ ਟਰਮ ਹੈ, ਠੀਕ ਹੈ। ਨਾ ਤਾਂ ਆਪਾਂ ਬੱਚੇ ਨੂੰ ਇਗਨੋਰ ਕਰਨਾ, ਨਾ ਬੱਚੇ ਦੇ ਜੋ ਵੀ ਬਿਹੇਵੀਅਰ ਬੱਚਾ ਕਰ ਰਿਹਾ, ਜੇ ਗਲਤੀ ਕਰ ਰਿਹਾ ਉਹਨੂੰ ਵੀ ਆਪਾਂ ਇਗਨੋਰ ਨਹੀਂ ਕਰਨਾ। ਕੁਐਸਚਨ ਨੰਬਰ 8, ਵਿਚ ਸਟੇਟਮੈਂਟ ਇਜ਼ ਨਾਟ ਟਰੂ। ਕਿਹੜੀ ਸਟੇਟਮੈਂਟ ਸਹੀ ਨਹੀਂ ਹੈ? ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ ਆਰ ਲੈਂਗੁਏਜ ਸਕਿੱਲਸ। ਇਹ ਚਾਰੋਂ ਹੀ ਆਪਸ ਦੇ ਵਿੱਚ ਇੰਟਰਕਨੈਕਟਿਡ ਨੇ, ਆਪਾਂ ਨੂੰ ਪਤਾ ਹੈ। ਇੰਟਰਕਨੈਕਟਿਡ ਦਾ ਮਤਲਬ ਕੀ ਹੁੰਦਾ ਹੈ? ਆਪਸ ਦੇ ਵਿੱਚ ਲਿੰਕ ਨੇ, ਚਾਰਾਂ ਨੂੰ ਇਕੱਠਾ ਪੈਰਲਲ ਲੈ ਕੇ ਆਪਾਂ ਪੜਾਵਾਂਗੇ, ਠੀਕ ਹੈ, ਸਹੀ ਹੈ। ਸੈਕਿੰਡ, ਰਿਟਨ ਲੈਂਗੁਏਜ ਕੈਨ ਬੀ ਡਿਫਰੈਂਟ ਫਰੋਮ ਦ ਲੈਂਗੁਏਜ ਆਫ ਸਪੀਚ। ਜਿਹੜੀ ਰਿਟਨ ਲੈਂਗੁਏਜ ਹੁੰਦੀ ਹੈ ਉਹ ਅਲੱਗ ਹੋਏਗੀ ਆਪਣੀ ਜਿਹੜੀ ਬੋਲਣ ਵਾਲੀ ਸਪੀਚ ਹੈ, ਜਿਹਨੂੰ ਆਪਾਂ ਸਪੀਕਿੰਗ ਕਹਿ ਦਿੰਦੇ ਹਾਂ। ਰਾਈਟਿੰਗ ਇਜ਼ ਫॉर ਅ ਪਲੇਜ਼ਰ ਐਂਡ ਹੈਂਸ ਨਾਟ ਰੀਡਰ ਡਾਇਰੈਕਟਿਡ। ਆਪਾਂ ਲਾਸਟ ਕੁਐਸਚਨ 'ਚ ਪੜ੍ਹ ਕੇ ਆਏ ਹਾਂ, ਜੋ ਵੀ ਰਾਈਟਿੰਗ ਟਾਸਕ ਹੁੰਦਾ ਹੈ ਉਹ ਰੀਡਰ ਦੇ ਡਾਇਰੈਕਟਿਡ ਹੁੰਦਾ, ਨੋਟ ਦੇਣ ਦੇ ਵਿੱਚ ਕੋਈ ਗੁੰਜਾਇਸ਼ ਬਣਦੀ ਹੀ ਨਹੀਂ। ਫੋਰ ਐਗਜ਼ਾਮਪਲ, ਜੇਕਰ ਤੁਸੀਂ ਇੱਕ ਟਾਸਕ ਪੜ੍ਹਦੇ ਹੋ, ਫੋਰ ਐਗਜ਼ਾਮਪਲ ਜੇਕਰ ਮੈਂ ਬੇਸਿਕ 'ਚ ਗੱਲ ਕਰਾਂ, ਨਿਊਜ਼ਪੇਪਰ ਪੜ੍ਹਦੇ ਹੋ, ਰੀਡਰ ਮਤਲਬ ਆਪਾਂ ਜਿਹੜਾ ਪੜ੍ਹਨ ਵਾਲੇ ਆ ਉਹਨਾਂ ਦੇ ਬਿਹਾਫ ਤੇ ਹੀ ਹੁੰਦਾ, ਠੀਕ ਹੈ। ਸਪੀਕਿੰਗ ਮੇ ਨਾਟ ਬੀ ਪਲਾਨਡ ਬਟ ਰਾਈਟਿੰਗ ਨੀਡਸ ਟੂ ਬੀ ਪਲਾਨਡ ਮੈਟ੍ਰਿਕੂਲਸਲੀ। ਮਤਲਬ ਸਪੀਕਿੰਗ ਕੁਝ ਵੀ ਬੋਲ ਸਕਦੇ ਆ, ਬਟ ਰਾਈਟਿੰਗ ਦੇ ਲਈ ਤੁਹਾਨੂੰ ਇੱਕ ਸਪੈਸ਼ਲ ਐਫਰਟਸ ਵਗੈਰਾ ਲਗਾਉਣੇ ਪੈਂਦੇ ਨੇ, ਉਹਦੀ ਗੱਲ ਕਰ ਰਿਹਾ। ਦੱਸੋ ਬੇਟਾ, ਨੋ ਟਰੂ ਪੁੱਛਿਆ ਸੀ, ਆਪਾਂ ਨੂੰ ਸਿੱਧਾ ਹੀ ਪਤਾ ਸੀ ਰਾਈਟ ਆਨਸਰ ਆਏਗਾ। ਡੈਫੀਨੇਟਲੀ ਜਿਹੜੀ ਸਪੀਕਿੰਗ ਹੈ, ਹੁਣ ਜੋ ਵੀ ਕੁਝ ਮੈਂ ਬੋਲਣਾ ਮੈਂ ਡੈਫੀਨੇਟਲੀ ਬੋਲ ਸਕਦੀ ਹਾਂ। ਜਦੋਂ ਮੈਂ ਇਹਨੂੰ ਰਿਟਨ ਫਾਰਮ ਦੇ ਵਿੱਚ ਲਿਖਣਾ ਹੈ ਅਤੇ ਮੈਂ ਸਿੰਪਲ ਸੈਂਟੈਂਸ ਯੂਜ਼ ਕਰਾਂਗੀ, ਕੰਪਾਊਂਡ, ਕੰਪਲੈਕਸ, ਸਾਰੀ ਚੀਜ਼ਾਂ ਆਉਣਗੀਆਂ, ਠੀਕ ਹੈ। ਸੋ ਬੇਟਾ ਇੱਕ ਵਾਰੀ ਜੇਕਰ ਕਿਸੇ ਬੱਚੇ ਨੇ ਬੁੱਕ ਨੂੰ ਨਹੀਂ ਤੁਸੀਂ ਹਾਲੇ ਵੀ ਬਾਏ ਕਰਿਆ ਤਾਂ ਵਿਦ ਦਾ ਹੈਲਪ ਆਫ ਬਾਰਕੋਡ ਤੁਸੀਂ ਤੇ ਸਕੈਨ ਕਰ ਸਕਦੇ ਹੋ। ਬੁੱਕਸ ਸਾਰੀਆਂ ਤੁਹਾਨੂੰ ਅਵੇਲੇਬਲ ਹੋ ਜਾਣਗੀਆਂ। ਕੰਬੋ ਸੈਟਸ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਫॉर ਅ ਪੇਡ ਸਟੂਡੈਂਟਸ, ਜਿੰਦੀ ਪ੍ਰਾਈਸ ਹੈ 999। ਜੇਕਰ ਤੁਸੀਂ ਨੋਨ ਪੇਡ ਸਟੂਡੈਂਟ ਹੋ ਤਾਂ 1099 ਦੇ ਵਿੱਚ ਤੁਹਾਨੂੰ ਬੁੱਕਸ ਮਿਲਣਗੀਆਂ, ਠੀਕ ਹੈ ਜੀ। ਸੋ ਜ਼ਰੂਰ ਦੇਖ ਲੈਣਾ। ਸਾਈਕੋਲੋਜੀ, ਪੰਜਾਬੀ, ਇੰਗਲਿਸ਼, ਤੇ ਇੱਥੇ ਜਿਹੜਾ ਕੰਬੀਨੇਸ਼ਨ ਹੈ ਪੰਜਾਬੀ, ਇੰਗਲਿਸ਼, ਮੈਥ ਐਂਡ ਈਵੀਐਸ ਸਾਰਾ। ਆਈ ਹੋਪ ਇੰਨੀ ਗੱਲ ਕਲੀਅਰ ਹੋਏਗੀ। ਬਾਕੀ ਆਪਣਾ ਬਹੁਤ ਇੰਪੋਰਟੈਂਟ ਸਲਾਈਡ ਹੈ ਤੁਹਾਡੇ ਲਈ, ਬੇਸਿਕਲੀ ਰੈਪਿਡ ਰਿਵੀਜ਼ਨ ਬੈਚ ਸਟਾਰਟ ਹੋਣ ਲੱਗਿਆ 10th Feb ਤੋਂ। ਜੇਕਰ ਕਿਸੇ ਬੱਚੇ ਨੇ ਜੁਆਇਨ ਕਰਨਾ ਹੈ, ਆਨਲਾਈਨ ਤੇ ਆਫਲਾਈਨ ਦੀ ਫੀਸ ਤੁਹਾਡੇ ਸਾਹਮਣੇ ਮੈਂਸ਼ਨ ਹੈ, ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਪਣੀ ਸਾਰੀ ਇਨਫੋਰਮੇਸ਼ਨ ਇੱਥੇ ਤੁਸੀਂ ਪੁੱਛ ਸਕਦੇ ਹੋ, ਠੀਕ ਹੈ ਬੇਟਾ। ਚਲੋ ਕੁਐਸਚਨ ਨੰਬਰ 9 ਤੇ ਮੂਵ ਕਰਦੇ ਹਾਂ। ਵਿਚ ਆਫ ਦ ਗਿਵਨ ਟਾਸਕ ਅ ਟੀਚਰ ਸ਼ੁੱਡ ਅਵੋਇਡ। ਅਵੋਇਡ ਮਤਲਬ ਜਿਹਨੂੰ ਇਗਨੋਰ ਕੀਤਾ ਜਾਂਦਾ ਹੈ। ਵਾਈਲ ਪ੍ਰੀਪੇਅਰਿੰਗ ਅ ਲੈਸਨ ਪਲਾਨ ਟੂ ਟੀਚ ਰਾਈਟਿੰਗ ਸਕਿੱਲ ਟੂ ਕਲਾਸ 8 ਸਟੂਡੈਂਟ। ਫੋਰ ਐਗਜ਼ਾਮਪਲ, ਜਿਵੇਂ ਆਪਾਂ ਸਕੂਲ ਲਾਈਕ ਜਦੋਂ ਆਪਣੀ ਡੀਪੀ ਲੱਗਦੀ ਸੀ ਹੈ ਨਾ, ਆਪਾਂ ਲੈਸਨ ਪਲਾਨ ਰੈਡੀ ਕਰਦੇ ਸੀ, ਉਹਦੇ ਵਿੱਚ ਕਹਿ ਰਹੇ ਨੇ ਕਿ ਕਿਹੜੀ ਚੀਜ਼ਾਂ ਨੂੰ ਤੁਸੀਂ ਅਵੋਇਡ ਕਰੋਗੇ। ਸੋ ਰਾਈਟ ਐਨ ਈਮੇਲ ਰਿਕੁਐਸਟਿੰਗ ਇਨਫੋਰਮੇਸ਼ਨ ਅਬਾਊਟ ਦ ਹੋਟਲ ਅਕੋਮੋਡੇਸ਼ਨ। B option ਕਹਿ ਰਿਹਾ writing notes during a lecture and summarize them. C option prepare text and slides for a class presentation. Okay, सही है. Giving a text to learners that focus on learning the forms and rules of language. ਦੱਸੋ ਜੀ ਕੀ ਆਨਸਰ ਆ ਜਾਏਗਾ? Which of the given task a teacher should avoid sorry while preparing a lesson plan to teach writing ਸਕਿੱਲ। ਰਾਈਟਿੰਗ ਸਕਿੱਲ ਦੀ ਗੱਲ ਕਰਦੇ ਪਏ, ਈਮੇਲ ਰਿਕੁਐਸਟਿੰਗ ਇਨਫੋਰਮੇਸ਼ਨ ਤਾਂ ਆਪਾਂ ਲਿਖ ਸਕਦੇ ਹਾਂ। ਰਾਈਟਿੰਗ ਨੋਟਸ, ਜੇਕਰ ਲਿਖਣ ਦੀ ਗੱਲ ਆਈ ਡਿਊਰਿੰਗ ਅ ਲੈਕਚਰ ਐਂਡ ਸਮਰਾਈਜ਼ ਦੈਮ, ਕਿ ਲਾਸਟ ਤੇ ਐਟ ਜਾ ਜਿਵੇਂ ਆਪਾਂ ਕਾਈਂਡ ਆਫ ਸਮਰੀ ਨਹੀਂ ਲਿਖਦੇ ਹੁੰਦੀ ਗੱਲ ਕਰਦੇ, ਵੀ ਸਹੀ ਹੈ। ਪ੍ਰੀਪੇਅਰ ਟੈਕਸਟ ਐਂਡ ਸਲਾਈਡਸ ਫॉर ਅ ਕਲਾਸ ਪ੍ਰੈਜੈਂਟੇਸ਼ਨ, ਠੀਕ ਹੈ ਜੀ। ਗਿਵਿੰਗ ਅ ਟਾਸਕ ਟੂ ਲਰਨਰਸ ਦੈਟ ਫੋਕਸ ਔਨ ਲਰਨਿੰਗ ਦ ਫਾਰਮਸ ਐਂਡ ਰੂਲਸ ਆਫ ਲੈਂਗੁਏਜ।
नहीं नहीं एवं का कुछ नहीं आएगा, डी राइट आंसर बनेगा। वो फाइल सेंड कर दो, प्रॉपर रेडी है सारा? हाँ जी हाँ जी ओके मैम। चलो क्वेश्चन नंबर 10th, a Japanese student in the seminar could fluently speak English, French, Hindi and Japanese. So here she is probably a language learner, monolingual, multilingual या bilingual। monolingual राजे एक भाषा की गल करदे, multilingual दो या दो तो ज़्यादा भाषा की गल करदे, दो तो ज़्यादा, ठीक है। ते बाईलिंगुअल मतलब दो भाषाओं की गल करते हैं। सो हेयर सी विल बी राइट आंसर। क्यों? क्योंकि उन्होंने ऑलरेडी क्या इंग्लिश, फ्रेंच, हिंदी, जैपनीज 4 भाषा की गल आ गई, ठीक है। सो सी विल बी राइट आंसर। डन। क्वेश्चन नंबर 11th, लैंग्वेज टीचिंग एट स्कूल मस्ट नेसेसरली गो बियॉन्ड टेक्स्ट बुक, go beyond textbooks. In light of this statement, which resources or activities would you suggest to middle school learner to enrich their language learning? देखो क्वेश्चन, करो आंसर। रीडिंग ऑथेंटिक लिटरेचर, लिटरेचर काइंड ऑफ साहित्य की गल कर रहे हैं, ऑथेंटिक मतलब रियल लाइफ। रीडिंग प्रेजेंट प्रिस्क्राइब्ड बुक्स, प्रिस्क्राइब होंगे ने जो मैं तुहानू कह दिता ही अपने स्कूल च करिकुलम के अकॉर्डिंग लगिया हुई सी। सी ऑप्शन यूजिंग बाईलिंगुअल डिक्शनरी, या फिर डी ऑप्शन सॉल्विंग वर्कशीट प्रिपेयर बाय द टीचर। हाँ जी बेटा, क्या आंसर आएगा? ਹੁਣ देखो ਇਹਨਾਂ ਨੇ ਕਿਹਾ ਸੀ ਤੁਸੀਂ ਮਿਡਲ ਸਕੂਲ ਵਾਲੇ ਬੱਚੇ ਨੂੰ ਗਾਈਡ ਕਰਨਾ ਹੈ ਇਨਰਿਚ देयर ਲੈਂਗੁਏਜ ਲਰਨਿੰਗ। ਹੁਣ ਬੈਸਟ ਤਰੀਕਾ ਆਪਾਂ ਨੂੰ ਪਤਾ ਹੈ ਆਥੈਂਟਿਕ ਹੈ। ਆਥੈਂਟਿਕ ਦਾ ਮਤਲਬ ਜਦੋਂ ਬੱਚੇ ਨੂੰ ਰੀਅਲ ਲਾਈਫ ਸਿਚੁਏਸ਼ਨ ਦੇ ਨਾਲ ਹੀ ਡੀਲ ਕਰਨਾ ਸਿਖਾ ਦਿੱਤਾ। ਹੁਣ ਪ੍ਰਿਸਕ੍ਰਾਈਬਡ ਬੁੱਕਸ ਦਾ ਮਤਲਬ ਕੀ ਹੈ ਕਿ ਜੋ ਕਰਿਕੂਲਮ ਦੇ ਅਕੋਰਡਿੰਗ ਨੇ। बट क्वेश्चन च की कह रहे गो बियॉन्ड टेक्स्ट बुक तो इलावा। सो बी तो बन ही नहीं सकता सी, ठीक है। हियर ए विल बी राइट आंसर। यस। 12th क्वेश्चन, डैश इज अ स्पीच डिसऑर्डर that affects the flow of speech by repeating the same word again and again, like ब ਐਵੇਂ ਦਾ word ਆਪਾਂ ਬੋਲਦੇ ਨਾ ਬ ਆਪਾਂ ਨਹੀਂ, ਮਤਲਬ ਜੋ ਜਿਹੜੇ ਬੱਚੇ ਨੂੰ ਦਿੱਕਤ ਹੁੰਦੀ ਬੇਸਿਕਲੀ ਉਹਨੂੰ ਆਪਾਂ ਕੀ ਕਹਿ ਦਾਂਗੇ? ਸਟਟਰਿੰਗ। ਮਿਸਪ੍ਰੋਨਾਂਸੀਏਸ਼ਨ ਦਾ ਮਤਲਬ ਹੁੰਦਾ ਹੈ ਕਿ ਵਰਡ ਦਾ ਨੇਮ ਹੈ, ਲਾਈਕ ਮੈਂ ਆਪਣੇ ਨਾਮ ਦੀ ਗੱਲ ਕਰਦੀ ਹਾਂ। मेरा नाम कुछ लोग प्रोनाउंस करते हैं आशमी, कुछ प्रोनाउंस करते हैं अशमी। सो इट मीनस इतने की हो रही है मिसप्रोनाउंसिएशन। अफेसिया द डिस्फेसिया नहीं होंदा। हेयर ए विल बी राइट आंसर, ठीक है बेटा। बहुत ईजी क्वेश्चन सी अज वाले, बहुत ईजी। सो किसी भी बच्चे के गलत नहीं होने चाहिए। विच स्ट्रैटेजी कैन नॉट बी यूज टू ट्रेन स्टूडेंट फॉर अ गुड स्पीच? किहड़ी चीज़ नूं तुसीं फॉलो नहीं करोगे बच्चे की स्पीकिंग स्किल नूं इंप्रूव करन दे लई? डेमोनस्ट्रेटिंग द करैक्ट प्रोनाउंसिएशन। डेमोनस्ट्रेटिंग हुंदा कि टीचर एज अ मॉडल, टीचर एज अ मॉडल वर्ड ਨੂੰ प्रोनाउंस करेगा, डेमो प्रिपेयर करके सामने बोलेगा, ये तो सही है। प्रैक्टिसिंग द करैक्ट पोजीशन ऑफ द टंग एंड लिप्स। टंग ते लिप्स का मतलब यही है कि जेकर टंग ही नहीं प्रॉपर मूव करेगी, है ना, ऊपर टच नहीं कर पाएगी। आप जिवें पढ़िया सी एल्वियोलर रिज हुंदा, टीथ रिज, दैन सॉफ्ट पैलेट, हार्ड पैलेट, दैन ओवला। सो ये चीज़ां मैटर करदियां ने, ठीक है बेटा। प्रैक्टिसिंग आई मूवमेंट टू फ्लो वर्ड्स। आई मूवमेंट की गल नहीं है स्पीकिंग दे विच। आपां जेकर रीडिंग की गल करते फिर उत्थे आई मूवमेंट या आई स्पेन जरूरी होंदा है। आई मूवमेंट इत्थे नहीं आएगा। प्रोवाइडिंग एन अपॉर्चुनिटी टू लर्नर टू स्पीक फॉर अ मिनट टू इनेबल यू टू डायग्नोज द एरर। डेफिनेटली 1 मिनट ਲਈ ਕੰਟੀਨਿਊਸ जेकर बच्चा बोलेगा ਆਪਾਂ ਨੂੰ पता चल जाएगा बच्चा फंबल तो नहीं कर रहा, प्रोनाउंसिएशन च दिक्कत तो नहीं आ रही, स्ट्रैस विच तो नहीं कोई प्रॉब्लम। सो आ भी सही ऑप्शन है। उन्होंने कैन नॉट पूछा सी, सी बेटा राइट आंसर आएगा। आई होप कि क्लियर होएगा। चलो क्वेश्चन नंबर 14th, रिसैप्टिव लैंग्वेज स्किल्स आर। रिसैप्टिव मतलब जिन्होंने आप रिसीव करते हैं। एक चीज़ होंदा है सुन के रिसीव करना, एक पढ़ के, ठीक है। बीइंग एबल टू सेल्फ करेक्ट वाइल यूजिंग लैंग्वेज, यूजिंग ग्रामेटिकल स्ट्रक्चर एक्यूरेटली, राइटिंग इन अ रेंज ऑफ स्टाइल, या फिर लिसनिंग एंड रीडिंग फॉर अ इंफॉर्मेशन। बहुत ईजी क्वेश्चन है, जल्दी जल्दी आंसर करो। एक लास्ट क्वेश्चन तुहानू होमवर्क क्वेश्चन देंगे, 14 तक तो तुसीं करो। कल वाली क्लास के क्वेश्चन दे बहुत ही घट बच्चों ने आंसर करे सी। आई थिंक मैनू यही लगता तुसीं सियाने नहीं हो, पढ़ते नहीं हो, क्योंकि एक बार जो बच्चे ने पढ़ लिया उनके लिए तो आंसर करने टाइम लगता ही नहीं है, कमेंट करन ते नहीं टाइम लगता। इतने राइट आंसर होने मैं दस के आई हाँ राजे। रिसैप्टिव स्किल मतलब लिसनिंग ते रीडिंग की गल आएगी। हियर डी विल बी राइट आंसर। क्लीयर है बेटा जी सारिਆਂ ਨੂੰ? चल लास्ट क्वेश्चन ऑफ दिस क्लास आराम नाल तुसीं देख लो, मैं करवा ही दिंदी हाँ। तुसीं इन्ने एफर्ट्स तो करने नहीं, सो इट्स बैटर कि मैं ही करवा दिंदी हाँ। द परपस ऑफ रैमीडियल टीचिंग। रैमीडियल टीचिंग की हुंदा है? ਜਦੋਂ ਬੱਚੇ ਦਾ ਆਪਾਂ
ਦੇਖਦੇ ਹਾਂ ਕਿ ਪ੍ਰੋਬਲਮ ਬੱਚੇ ਨੂੰ ਕਿੱਥੇ ਆ ਰਹੀ ਹੈ, ਉੱਥੇ ਆਪਾਂ ਰੈਮੀਡੀਅਲ ਟੀਚਿੰਗ ਪ੍ਰੋਵਾਈਡ ਕਰਦੇ ਹਾਂ ਡਾਇਗਨੋਸ ਕਰਨ ਤੋਂ ਬਾਅਦ। ਇੰਟਰੋਡਿਊਸ ਗ੍ਰਾਮਰ ਟੂ ਦ ਐਗਜ਼ਿਸਟਿੰਗ ਆਈਟਮਸ, ਨਹੀਂ ਜੀ ਐਵੇਂ ਦਾ ਕੁਛ ਨਹੀਂ ਹੈ। ਟੈਕਸਟ ਦਾ ਨੌਲੇਜ ਆਫ ਦਾ ਸਟੂਡੈਂਟ, ਬੱਚੇ ਦੀ ਨੌਲੇਜ ਚੈੱਕ ਕਰਨਾ ਨਹੀਂ, ਉਹ ਤਾਂ ਫਿਰ ਅਸੈਸਮੈਂਟ ਆਪਾਂ ਦੇਖਾਂਗੇ ਕਿੰਨਾ ਸਿੱਖਿਆ ਬੱਚੇ ਨੇ। ਟੀਚ ਦਾ ਲੈਂਗੁਏਜ ਆਈਟਮ ਨਾਟ ਪ੍ਰੋਪਰਲੀ ਲਰਨ ਅਗੇਨ ਟੂ ਦ ਲਰਨਰਸ, ਟੀਚ ਲੈਂਗੁਏਜ ਆਈਟਮ ਟੂ ਦਾ ਲਰਨਰਸ। ਬੇਸਿਕਲੀ ਚਲੋ ਦੱਸੋ, ਤੁਸੀਂ ਆਨਸਰ ਕਰਕੇ ਦੱਸੋ, ਸੀ ਰਾਈਟ ਆਨਸਰ ਆਏਗਾ ਕਿ ਡੀ ਆਨਸਰ ਆਏਗਾ ਦੋ ਦੇ ਵਿੱਚ? ਜਲਦੀ ਜਲਦੀ ਦੱਸੋ ਬੇਟਾ। ਇੱਕ ਕੋਸ਼ਿਸ਼ ਕਰਿਆ ਕਰੋ ਜਿਹੜੇ ਪੈਰਾਗ੍ਰਾਫ ਤੁਹਾਨੂੰ ਆਉਂਦੇ ਨੇ ਟੈਲੀਗ੍ਰਾਮ ਤੇ ਇੰਗਲਿਸ਼ ਦੇ, ਉਹ ਡੈਫੀਨੇਟਲੀ ਇੱਕ ਦਿਨ ਪਹਿਲਾਂ ਸੋਲਵ ਕਰ ਲਿਆ ਕਰੋ। ਉਹਦੇ ਨਾਲ ਕੀ ਹੋ ਜਾਏਗਾ, ਤੁਹਾਡੀ ਅੱਛੀ ਕਮਾਂਡ ਬਣ ਜਾਏਗੀ ਤੇ ਤੁਸੀਂ ਨੈਕਸਟ ਡੇ ਬੜਾ ਵਧੀਆ ਤਰੀਕੇ ਦੇ ਨਾਲ ਸਮਝ ਪਾਓਗੇ। ਠੀਕ ਹੈ ਜੀ, ਚਲੋ ਇਹਦਾ ਆਨਸਰ ਡੀ ਰਾਈਟ ਆਨਸਰ ਬਣੇਗਾ, ਟੀਚ ਲੈਂਗੁਏਜ ਆਈਟਮ ਟੂ ਦਾ ਲਰਨਰਸ। ਕਲੀਅਰ ਹੈ ਬੇਟਾ? ਸੋ ਬੁੱਕਸ ਨੂੰ ਤੁਸੀਂ ਜਲਦੀ ਤੋਂ ਜਲਦੀ ਬਾਏ ਕਰ ਸਕਦੇ ਹੋ। ਬਾਕੀ 10 ਫੈਬ ਤੋਂ ਆਪਣੇ ਮੌਕ ਟੈਸਟ ਸੀਰੀਜ਼ ਸਟਾਰਟ ਹੋਣ ਲੱਗੀਆਂ ਨੇ। ਇਨ ਕੇਸ ਕਿਸੇ ਬੱਚੇ ਨੇ ਸਟਿਲ ਹਾਲੇ ਜੁਆਇਨ ਨਹੀਂ ਕਰਿਆ, ਸੀਟੈਟ ਕਰਕੇ ਵੇਟ ਕਰ ਰਹੇ ਸੀ ਬੇਟਾ, ਕੱਲ ਹੀ ਤੁਸੀਂ ਇਹਨੂੰ ਕਰ ਲੈਣਾ ਆਫਟਰ ਸੀਟੈਟ ਕੰਪਲੀਟ। ਠੀਕ ਹੈ, ਜਿਨ੍ਹਾਂ ਬੱਚੇ ਨੇ ਸੋਸ਼ਲ ਮੀਡੀਆ ਹੈਂਡਲਸ ਨੂੰ ਜੁਆਇਨ ਨਹੀਂ ਕਰਿਆ, ਵਿਦ ਦਾ ਹੈਲਪ ਆਫ QR ਕੋਡ ਤੁਸੀਂ ਇਹਨਾਂ ਨੂੰ ਵੀ ਜੁਆਇਨ ਕਰ ਸਕਦੇ ਹੋ। ਬਾਕੀ ਬੈਚ ਦੇ ਅਕੋਰਡਿੰਗ ਤੁਸੀਂ ਡਾਇਰੈਕਟ ਜੁਆਇਨ ਕਰਨਾ ਹੈ ਤਾਂ ਦੇਖ ਲੈਣਾ। ਠੀਕ ਹੈ, ਸੋ ਅੱਜ ਦਾ ਸੈਸ਼ਨ ਆਪਾਂ ਬੇਟਾ ਇੱਥੇ ਵਾਈਂਡ ਅਪ ਕਰਦੇ ਹਾਂ। ਇੱਕ ਵਾਰੀ ਸਾਰਿਆਂ ਨੂੰ ਫਿਰ ਤੋਂ ਆਲ ਦਾ ਬੈਸਟ, ਬਹੁਤ ਹੀ ਵਧੀਆ ਤੁਹਾਡਾ ਪੇਪਰ ਜਾਏ ਸੀਟੈਟ ਦਾ। ਜਲਦੀ ਜਲਦੀ ਤੁਸੀਂ ਆ ਕੇ ਮੰਡੇ ਨੂੰ ਗੁੱਡ ਨਿਊਜ਼ ਹੋ ਮੈਮ, ਸਾਡਾ ਪੇਪਰ ਸੀਟੈਟ ਵਾਲਾ ਹੋ ਜਾਏਗਾ ਕਲੀਅਰ। ਠੀਕ ਹੈ, ਥੈਂਕ ਯੂ ਐਵਰੀਵਨ, ਹੈਵ ਅ ਗੁੱਡ ਡੇ।